प्यारे विद्यार्थियों, सारिਆਂ ਨੂੰ ਸਤਿ ਸ਼੍ਰੀ ਅਕਾਲ। ਜਿਉਂ-ਜਿਉਂ ਪ੍ਰੀਖਿਆ ਦੇ ਦਿਨ ਨੇੜੇ ਆ ਰਹੇ ਨੇ, ਸਾਡੇ ਮਨ ਵਿੱਚ, ਸਾਡੇ ਦਿਲ ਵਿੱਚ ਕਈ ਵਲਵਲੇ ਉੱਠਦੇ ਨੇ ਕਿ ਅਸੀਂ ਕੀ ਪੜ੍ਹੀਏ, ਕੀ ਛੱਡੀਏ। ਮਿਹਨਤ ਅਸੀਂ ਕਿੱਥੋਂ ਸ਼ੁਰੂ ਕਰੀਏ, ਰਿਵੀਜ਼ਨ ਕਿਵੇਂ ਕਰੀਏ ਕਿ ਅਸੀਂ ਪ੍ਰੀਖਿਆ ਵਿੱਚ ਸਫਲ ਹੋ ਜਾਈਏ। ਅਸੀਂ ਘਬਰਾਉਣਾ ਨਹੀਂ, ਬੜੇ ਹੀ ਸੁਚੱਜੇ ਤਰੀਕੇ ਨਾਲ ਤੁਸੀਂ ਆਪਾਂ ਮਿਹਨਤ ਕਰੀਏ ਤਾਂ ਸਾਨੂੰ ਰੱਬ ਵੀ ਸਫਲਤਾ ਦਿੰਦਾ ਹੈ। ਜਿਵੇਂ ਕਿਸੇ ਨੇ ਕਿਹਾ ਹੈ, ਮੰਜ਼ਿਲ ਨਾ ਮਿਲੇ ਇਹ ਮੁਕੱਦਰ ਕੀ ਬਾਤ ਹੈ। मंजिल ना मिले ये मुकद्दर की बात है, हम कोशिश ही ना करें ये तो गलत बात है। हम कोशिश ही ना करें ये तो गलत बात है। ਅਸੀਂ ਸਾਰੇ ਜੇਕਰ ਕੋਸ਼ਿਸ਼ ਹੀ ਨਾ ਕਰੀਏ ਤਾਂ ਸਾਡੇ ਵਾਸਤੇ ਇਹ ਗੱਲ ਬਹੁਤ ਗਲਤ ਹੈ। ਸੰਸਕ੍ਰਿਤ ਵਿੱਚ ਕਾਵ ਦੇ ਦੋ ਰੂਪ ਹਨ, ਗਦ ਕਾਵ ਅਤੇ ਪਦ ਕਾਵ। ਪਦ ਦਾ ਮਤਲਬ ਹੁੰਦਾ ਜਿਹੜੇ ਪਦੇ ਹੁੰਦੇ ਆ, ਪਦਿਆਂ ਵਿੱਚ ਰਚਨਾ, ਦੋਹਿਆਂ ਵਿੱਚ ਰਚਨਾ ਜਿਹੜੀ ਹੁੰਦੀ ਹੈ, ਜਿਹਦਾ ਤੁਕਾਂਤ ਮੇਲ ਹੁੰਦਾ ਹੈ। ਠੀਕ ਹੈ। ਪਦ ਕਾਵ ਦਾ ਅਰਥ ਹੈ ਛੰਦਮਈ ਰਚਨਾ, ਜਿਹਦੇ ਵਿੱਚ ਤਾਲ, ਲੈਅ, ਗਤੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਹਰੇਕ ਜਿਹੜਾ ਪਦ ਹੈ ਉਹ ਕਵਿਤਾ ਹੋ ਸਕਦੀ ਹੈ, ਪਰੰਤੂ ਜੇ ਆਪਾਂ ਮੰਨੀਏ ਵੀ ਕਵਿਤਾ ਪਦਿਆਂ ਦੇ ਰੂਪ ਵਿੱਚ ਵੀ ਹੋਵੇ, ਸਾਰੀ ਕਵਿਤਾ ਪਦਿਆਂ ਦੇ ਰੂਪ ਵਿੱਚ ਹੀ ਹੋਵੇ, ਇਹ ਹੋ ਨਹੀਂ ਸਕਦਾ। ਕਿਉਂਕਿ ਸਾਡੇ ਪੰਜਾਬੀ ਦੇ ਕਈ ਕਵੀ ਇਹੋ ਜਿਹੇ ਹਨ ਜਿਨ੍ਹਾਂ ਨੇ ਛੰਦ ਰਹਿਤ ਕਵਿਤਾ ਲਿਖੀ ਹੈ। ਠੀਕ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਹੋਏ। ਸਾਡੇ ਪੰਜਾਬੀ ਕਾਵਿ ਦੇ ਵਿੱਚ ਕਈ ਕਵੀ ਇਹੋ ਜਿਹੇ ਹਨ ਜਿਨ੍ਹਾਂ ਨੇ ਛੰਦ ਮੁਕਤ ਕਵਿਤਾ ਲਿਖੀ ਹੈ, ਜਿਨ੍ਹਾਂ ਵਿੱਚੋਂ ਪ੍ਰੋਫੈਸਰ ਪੂਰਨ ਸਿੰਘ ਪਹਿਲੇ ਨੰਬਰ 'ਤੇ ਆਉਂਦੇ ਨੇ, ਜਿਨ੍ਹਾਂ ਨੇ ਛੰਦਾਂ ਨੂੰ ਨਵਾਬੀ ਜੁੱਤੀ ਦੀ ਕੈਦ ਮੰਨਿਆ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਛੰਦਬੰਧ ਵੀ ਹੋ ਸਕਦੀ ਹੈ ਅਤੇ ਛੰਦ ਰਹਿਤ ਵੀ ਹੋ ਸਕਦੀ ਹੈ। ਹੁਣ ਗੱਲ ਕਰਦੇ ਹਾਂ ਅਸੀਂ ਪ੍ਰੀਖਿਆ ਵਿੱਚ ਕਿਵੇਂ ਇਹਦਾ ਉੱਤਰ ਦੇਣਾ ਹੈ। ਅਸੀਂ ਜਿੰਨਾ ਮਰਜ਼ੀ ਕਵਿਤਾ ਬਾਰੇ ਬੋਲਦੇ ਜਾਈਏ, ਪਰ ਸਾਨੂੰ ਨੰਬਰ ਉਦੋਂ ਆਉਣੇ ਹੈ, ਸਾਨੂੰ ਉਦੋਂ ਅੰਕ ਆਉਣੇ ਹੈ ਜਦੋਂ ਅਸੀਂ ਪੇਪਰਾਂ ਵਿੱਚ ਜਾਂ ਪ੍ਰੀਖਿਆ ਦੇ ਵਿੱਚ ਲਿਖਾਂਗੇ। ਲਿਖ ਕੇ ਕੀ ਆਉਣਾ ਤੁਸੀਂ ਪ੍ਰੀਖਿਆ ਦੇ ਵਿੱਚ। ਠੀਕ ਹੈ। ਇਹ ਥੋੜ੍ਹਾ ਜਿਹਾ ਤੁਸੀਂ ਦੇਖ ਲਓ। ਕਵਿਤਾ ਦੇ ਅਰਥ, ਪਰਿਭਾਸ਼ਾ ਅਤੇ ਕਵਿਤਾ ਦੇ ਤੱਤ ਬਾਰੇ ਆਪਾਂ ਜਾਣਕਾਰੀ। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਅਰਥ। ਕਵਿਤਾ ਨੂੰ ਸਾਹਿਤ ਦਾ ਸਭ ਤੋਂ ਪਹਿਲਾ ਰੂਪ ਸਵੀਕਾਰ ਕੀਤਾ ਜਾਂਦਾ ਹੈ। ਅਸੀਂ ਇਹ ਲਿਖ ਸਕਦੇ ਹਾਂ ਪਹਿਲਾ ਲਾਈਨ। ਫਿਰ ਆਪਾਂ ਕਹਿ ਸਕਦੇ ਹਾਂ ਕਵਿਤਾ ਇੱਕ ਸ਼ਬਦ ਕਲਾ ਹੈ। ਕੀ ਹੈ? ਇੱਕ ਕਵਿਤਾ ਸ਼ਬਦ ਕਲਾ ਹੈ। ਫਿਰ ਆਪਾਂ ਕਹਿ ਸਕਦੇ ਹਾਂ ਸ਼ਬਦ ਕਲਾ ਦੇ ਨਾਲ ਹੀ ਕਵਿਤਾ ਤੋਂ ਭਾਵ ਅਜਿਹੀ ਸ਼ਬਦ ਰਚਨਾ ਜਿਸ ਵਿੱਚ ਜਜ਼ਬਾ, ਖਿਆਲ, ਲੈਅ, ਤਾਲ ਤੇ ਕਲਪਨਾ ਦਾ ਸੁੰਦਰ ਸੁਮੇਲ ਹੋਵੇ। ਠੀਕ ਹੈ। ਦੁਬਾਰੇ ਫਿਰ ਪੜ੍ਹਦੇ ਆਪਾਂ। ਕਵਿਤਾ ਤੋਂ ਭਾਵ ਅਜਿਹੀ ਸ਼ਬਦ ਰਚਨਾ ਜਿਸ ਵਿੱਚ ਜਜ਼ਬਾ, ਖਿਆਲ, ਲੈਅ, ਤਾਲ ਤੇ ਕਲਪਨਾ ਦਾ ਸੁੰਦਰ ਸੁਮੇਲ ਹੋਵੇ। ਫਿਰ ਆਪਾਂ ਕਹਿ ਸਕਦੇ ਹਾਂ ਕਵਿਤਾ ਵਿੱਚ ਮਨੁੱਖੀ ਜਜ਼ਬੇ। ਠੀਕ ਹੈ। ਜਦੋਂ ਜਜ਼ਬੇ ਦੀ ਗੱਲ ਕਰਦੇ ਹਾਂ ਆਪਾਂ ਹੁਣ, ਕਵਿਤਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦੁਆਰਾ ਪ੍ਰਗਟ ਹੁੰਦੇ ਹਨ। ਜਿਹੜੇ ਵੀ ਸਾਡੇ ਮਨ ਦੇ ਭਾਵ ਹੈ, ਮਨ ਦੇ ਖਿਆਲ ਹੈ, ਮਨ ਦੇ ਵਲਵਲੇ ਹੈ, ਉਹ ਅਸੀਂ ਜਦੋਂ ਸ਼ਬਦਾਂ ਦਾ ਰੂਪ ਦੇ ਦਿੰਦੇ ਹਾਂ, ਉਹ ਸਾਡੀ ਕਵਿਤਾ ਬਣ ਜਾਂਦੀ ਹੈ। ਕਵਿਤਾ ਦਿਲ ਦੀ ਬੋਲੀ ਹੈ। ਬੜੀ ਪਿਆਰੀ ਲਾਈਨ ਹੈ। ਠੀਕ ਹੈ। ਜਦੋਂ ਮਨ ਦੀ ਹੂਕ ਨਿਕਲੇ, ਮਨ ਦੇ ਵਿੱਚੋਂ ਖੁਸ਼ੀ ਗਮੀ ਦੇ ਜਿਹੜੇ ਬੋਲ ਨਿਕਲਦੇ ਹਨ, ਉਹ ਕਵਿਤਾ ਹੈ। ਠੀਕ ਹੈ। ਕਵਿਤਾ ਦਿਲ ਦੀ ਬੋਲੀ ਹੈ। ਕਵਿਤਾ ਦੀ ਆਵਾਜ਼ ਲੋਕ ਆਤਮਾ ਦੀ ਆਵਾਜ਼ ਹੈ। ਦੁਬਾਰੇ ਫਿਰ ਪੜੋ। ਕਵਿਤਾ ਦਿਲ ਦੀ ਬੋਲੀ ਹੈ। ਕਵਿਤਾ ਦੀ ਆਵਾਜ਼ ਲੋਕ ਆਤਮਾ ਦੀ ਆਵਾਜ਼ ਹੈ। ਕਵਿਤਾ ਮਨੁੱਖੀ ਮਨ ਦੀਆਂ ਸ਼੍ਰੇਸ਼ਟ ਤੇ ਤਿੱਬਰ ਭਾਵਨਾਵਾਂ ਦਾ ਪ੍ਰਗਟਾਅ ਹੈ। ਕਵਿਤਾ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇਰੋਕ ਉਛਾਲਾ ਹੈ। ਮਨੁੱਖੀ ਮਨ ਵਿੱਚ ਜਦੋਂ ਖੁਸ਼ੀ ਤੇ ਗਮੀ ਦੇ ਤਿੱਖੇ ਵਲਵਲੇ ਬੇਕਾਬੂ ਹੋ ਜਾਂਦੇ ਹਨ। ਠੀਕ ਹੈ। ਮਨੁੱਖੀ ਮਨ ਵਿੱਚ ਜਦੋਂ ਖੁਸ਼ੀ ਤੇ ਗਮੀ ਦੇ ਤਿੱਖੇ ਵਲਵਲੇ ਬੇਕਾਬੂ ਹੋ ਜਾਂਦੇ ਹਨ ਤਾਂ ਉਹ ਬੋਲੀ ਦੀਆਂ ਧੁਨਾਂ ਵਿੱਚ ਉਛਲ ਪੈਂਦੇ ਹਨ। ਮਨੁੱਖੀ ਮਨ ਵਿੱਚ ਜਦੋਂ ਖੁਸ਼ੀ ਤੇ ਗਮੀ ਦੇ
ਤਿੱਖੇ ਬਲਬਲੇ ਬੇਕਾਬੂ ਹੋ ਜਾਂਦੇ ਹਨ ਤਾਂ ਉਹ ਬੋਲੀ ਦੀਆਂ ਧੁਨਾਂ ਵਿੱਚ ਉਛਲ ਪੈਂਦੇ ਹਨ। ਇਹ ਉਛਾਲਾ ਹੀ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਆਪਾਂ ਧੁਨੀ ਬਾਰੇ ਪੜ੍ਹ ਕੇ ਆਏ ਹਾਂ ਵੀ ਧੁਨੀਆਂ ਦਾ ਸਮੂਹ ਜਿਹੜਾ ਹੈ, ਅਸੀਂ ਜਿਹੜਾ ਬੋਲਦੇ ਹਾਂ, ਸਾਡੇ ਮੂੰਹ ਵਿੱਚੋਂ ਆਵਾਜ਼ਾਂ ਨਿਕਲਦੀਆਂ ਹਨ, ਉਹ ਕੀ ਹੈ? ਧੁਨੀ ਹੈ। ਠੀਕ ਹੈ। ਤੇ ਜਦੋਂ ਆਪਾਂ ਸਾਡੇ ਮਨ ਦੇ ਵਿੱਚ ਖੁਸ਼ੀ ਅਤੇ ਗਮੀ ਦੇ ਜਿਹੜੇ ਬਲਬਲੇ ਪੈਦਾ ਹੁੰਦੇ ਹਨ, ਤੇ ਜਦੋਂ ਅਸੀਂ ਉਹਨਾਂ ਨੂੰ ਕਿਸੇ ਸਫ਼ੇ ਤੇ ਲਿਖਦੇ ਹਾਂ, ਚਿੰਨ੍ਹਿਤ ਕਰਦੇ ਹਾਂ, ਤਾਂ ਉਹ ਕਵਿਤਾ ਦਾ ਰੂਪ ਲੈ ਲੈਂਦੇ ਹਨ। ਤੁਸੀਂ ਕਵਿਤਾ ਦੇ ਅਰਥ ਬਾਰੇ ਜਾਣਿਆ ਵੀ ਕਵਿਤਾ ਦੇ ਵਿੱਚ ਵਿਚਾਰਾਂ ਦੀ ਥਾਂ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਠੀਕ ਹੈ। ਕਵਿਤਾ ਵਿੱਚ ਵਿਚਾਰਾਂ ਦੀ ਥਾਂ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਤੇ ਕਵਿਤਾ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ ਤੁਹਾਡੀ ਪਾਠ ਪੁਸਤਕ ਵਿੱਚ ਵੀ ਹੈਗੀਆਂ, ਜਿਵੇਂ ਭਾਈ ਵੀਰ ਸਿੰਘ ਦੀ ਜਿਹੜੀ ਕਵਿਤਾ ਦੀ ਪਰਿਭਾਸ਼ਾ ਉਹਨੇ ਕੀ ਲਿਖੀ ਹੈ? ਕਵਿਤਾ ਵਲਵਲੇ ਦੀ ਉਪਜ ਹੈ। ਅਸੀਂ ਵਲਵਲੇ ਸ਼ਬਦ ਦਾ ਅਰਥਾਂ ਦੇ ਵਿੱਚ ਬਹੁਤ ਸਾਰਾ ਪ੍ਰਯੋਗ ਕਰ ਚੁੱਕੇ ਹਾਂ ਕਿ ਜਿਹੜੀ ਕਵਿਤਾ ਸਾਡੇ ਜਜ਼ਬਿਆਂ ਅਤੇ ਵਲਵਲਿਆਂ ਦਾ ਪ੍ਰਗਟਾਅ ਹੈ। ਤੇ ਭਾਈ ਵੀਰ ਸਿੰਘ ਨੇ ਉਸੇ ਤਰੀਕੇ ਨਾਲ ਕਿਹਾ ਕਵਿਤਾ ਵਲਵਲੇ ਦੀ ਉਪਜ ਹੈ। ਠੀਕ ਹੈ। ਪ੍ਰੋਫੈਸਰ ਮੋਹਨ ਸਿੰਘ ਕਵਿਤਾ ਨੂੰ ਮਸਤੀ ਕਹਿੰਦਾ ਹੈ। ਠੀਕ ਹੈ। ਤੇ ਯਾਦ ਵੀ ਕਰਨਾ ਸੌਖਾ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਕਵਿਤਾ ਨੂੰ ਕੀ ਕਿਹਾ? ਮਸਤੀ ਕਿਹਾ। ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਆਖਿਆ। ਹੋਰ ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਬਾਰੇ ਕੀ ਕਿਹਾ? ਕਵਿਤਾ ਨੂੰ ਰੂਹਾਂ ਦੀ ਬੋਲੀ ਆਖਿਆ ਪ੍ਰੋਫੈਸਰ ਪੂਰਨ ਸਿੰਘ ਨੇ। ਹੋਰ ਕੀ ਕਿਹਾ? ਜੀਵਨ ਦੀ ਅੰਦਰਲੀ ਰਸ ਭਰੀ ਦਸ਼ਾ ਦਾ ਨਾਮ ਹੀ ਕਵਿਤਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀਆਂ ਤਿੰਨੇ ਹੀ ਪਰਿਭਾਸ਼ਾਵਾਂ ਸਾਡੇ ਵਾਸਤੇ ਬਹੁਤ ਹੀ ਲਾਹੇਵੰਦ ਹਨ, ਜਿਨ੍ਹਾਂ ਵਿੱਚੋਂ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਹੀ ਕੀ ਹੈ? ਕਵਿਤਾ ਹੈ। ਕਵਿਤਾ ਰੂਹਾਂ ਦੀ ਬੋਲੀ ਹੈ। ਠੀਕ ਹੈ। ਹੋਰ ਕੀ ਆਖਿਆ? ਕਵਿਤਾ ਜੀਵਨ ਦੀ ਅੰਦਰਲੀ ਰਸ ਭਰੀ ਦਸ਼ਾ ਦਾ ਨਾਮ ਹੀ ਕਵਿਤਾ ਹੈ। ਠੀਕ ਹੈ। ਫਿਰ ਕਾਰਲਾਇਲ ਨੇ ਕੀ ਕਿਹਾ? ਕਵਿਤਾ ਗਾਉਂਦਾ ਜਜ਼ਬਾ ਹੈ। ਜਜ਼ਬੇ ਅਤੇ ਵਲਵਲਿਆਂ ਦੀ ਗੱਲ ਆਪਾਂ ਪਹਿਲਾਂ ਅਰਥਾਂ ਦੇ ਰੂਪ ਵਿੱਚ ਕਰ ਚੁੱਕੇ ਹਾਂ। ਠੀਕ ਹੈ। ਮੈਥਿਊ ਅਰਨਾਲਡ ਨੇ ਕਵਿਤਾ ਜੀਵਨ ਦੀ ਪੜਚੋਲ ਹੈ। ਹਾਂਜੀ, ਤੁਸੀਂ ਕਵਿਤਾ ਦੇ ਅਰਥ ਬਾਰੇ ਜਾਣ ਚੁੱਕੇ ਹੋ। ਹੁਣ ਆਪਾਂ ਕਵਿਤਾ ਦੇ ਤੱਤ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਤੱਤ ਹੈ ਉਹ ਕਾਵਿ ਭਾਸ਼ਾ ਹੈ। ਜਿਹੜਾ ਕਾਵਿ ਭਾਸ਼ਾ ਹੈ ਇਹ ਕਵਿਤਾ ਦਾ ਬਹੁਤ ਹੀ ਪ੍ਰਮੁੱਖ ਜਾਂ ਮਹੱਤਵਪੂਰਨ ਤੱਤ ਹੈ। ਠੀਕ ਹੈ। ਹੁਣ ਇਹਦੇ ਵਿੱਚ ਕੀ ਆ ਜਾਂਦਾ ਹੈ? ਇਹਦੇ ਵਿੱਚ ਕਾਵਿ ਭਾਸ਼ਾ ਦੇ ਵਿੱਚ ਕਵਿਤਾ ਦੀ ਭਾਸ਼ਾ ਕਿਹੜੀ ਹੈ? ਠੀਕ ਹੈ। ਕਿਹੜੀ ਭਾਸ਼ਾ ਵਿੱਚ ਜਾਂ ਕਿਹੜੀ ਬੋਲਚਾਲ ਭਾਸ਼ਾ ਵਿੱਚ ਕਵਿਤਾ ਨੂੰ ਕਵੀ ਸਿਰਜਦਾ ਹੈ? ਭਾਸ਼ਾ ਹੈ। ਕਾਵਿ ਭਾਸ਼ਾ ਕਵਿਤਾ ਦਾ ਪ੍ਰਮੁੱਖ ਤੱਤ ਹੈ। ਕਵੀ ਬੋਲਚਾਲ ਦੀ ਭਾਸ਼ਾ ਨੂੰ ਵਿਉਂਤਬੰਦ ਕਰਕੇ ਕਵਿਤਾ ਦੀ ਸਿਰਜਣਾ ਕਰਦਾ ਹੈ। ਕਵਿਤਾ ਦੀ ਭਾਸ਼ਾ ਦਾ ਸਹਿਜ ਸੁਭਾਵਿਕ ਹੋਣਾ ਵੀ ਪ੍ਰਮੁੱਖ ਗੁਣ ਹੈ। ਭਾਸ਼ਾਈ ਸ਼ਬਦਾਂ ਦੀ ਜੜਤ ਲੋਕ ਪੱਧਰੀ ਭਾਸ਼ਾ ਦੇ ਅਨੁਕੂਲ ਹੋਣੀ ਚਾਹੀਦੀ ਹੈ ਤਾਂ ਕਿ ਅਰਥ ਸੰਚਾਰ ਦੀ ਸਮੱਸਿਆ ਪੈਦਾ ਨਾ ਹੋਵੇ। ਇਹ ਜਿਹੜੀ ਕਾਵਿ ਭਾਸ਼ਾ ਹੈ, ਇਹ ਜਿਹੜੀ ਪਹਿਲਾ ਤੱਤ ਹੈ, ਉਹਦੇ ਬਾਰੇ ਤੁਸੀਂ ਇੰਨੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਜੇ ਪ੍ਰਸ਼ਨ ਵਿੱਚ ਆਪਣੇ ਆ ਜਾਂਦਾ ਤਾਂ। ਠੀਕ ਹੈ। ਹੁਣ ਦੂਸਰਾ ਤੱਤ ਜਿਹੜਾ ਹੈਗਾ ਉਹ ਪ੍ਰਤੀਕ ਹੈ। ਪ੍ਰਤੀਕ ਆਪਾਂ ਕੋਈ ਵੀ ਜਿਹੜਾ ਚਿੰਨ੍ਹ ਵਰਤ ਲੈਂਦੇ ਆ ਉਹਨੂੰ ਪ੍ਰਤੀਕ ਕਹਿੰਦੇ ਆਪਾਂ। ਕਈ ਸ਼ਬਦ ਪ੍ਰਤੀਕ ਦੇ ਰੂਪ ਵਿੱਚ ਅਣਕਹੇ ਅਤੇ ਅਣਵੇਖੇ ਵਿਸ਼ੇ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚੋਂ ਪ੍ਰਤੀਕਾਂ ਦੀ ਉਦਾਹਰਨ ਵੇਖੀ ਜਾ ਸਕਦੀ ਹੈ। ਕਿਹੜੀ ਹੈ? ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਕਵਿਤਾ ਹੈ, ਦੋ ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ ਇੱਕ ਡੋਕਾਂ ਦਾ। ਹੁਣ ਇੱਥੇ ਆਪਾਂ ਜਿਹੜੇ ਪ੍ਰਤੀਕਾਂ ਦੇ ਰੂਪ ਵਿੱਚ, ਇੱਕ ਤਾਂ ਮਹਿਲਾਂ ਜਿਹੜਾ ਸ਼ਬਦ ਹੈ ਇਹ ਆਇਆ ਹੈ ਅਮੀਰ ਲੋਕਾਂ ਲਈ। ਠੀਕ ਹੈ। ਇਹ ਅਮੀਰ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਜਾਂ ਅਮੀਰ ਲੋਕਾਂ ਦੇ ਪ੍ਰਤੀਕ ਵਜੋਂ ਇਹ ਵਰਤਿਆ ਗਿਆ ਹੈ। ਫਿਰ ਡੋਕਾਂ ਸ਼ਬਦ ਜਿਹੜਾ ਹੈਗਾ ਹੈ ਇਹ ਗਰੀਬ ਲੋਕਾਂ ਲਈ ਵਰਤਿਆ ਹੈ। ਠੀਕ ਹੈ। ਮਹਿਲਾ ਸ਼ਬਦ ਅਮੀਰ ਲੋਕਾਂ ਲਈ ਅਤੇ ਡੋਕਾਂ ਸ਼ਬਦ ਗਰੀਬ ਲੋਕਾਂ ਲਈ ਪ੍ਰਤੀਕ ਦੇ ਰੂਪ ਵਿੱਚ ਵਰਤੇ ਹਨ। ਠੀਕ ਹੈ। ਹੁਣ ਆਪਾਂ ਕਰਦੇ ਹਾਂ ਅੱਗੇ ਬਿੰਬ ਤੇ ਬਿੰਬਾਵਲੀ ਬਾਰੇ। ਕਾਵਿ ਭਾਸ਼ਾ ਅਤੇ ਪ੍ਰਤੀਕ ਬਾਰੇ ਕਰ ਚੁੱਕੇ ਹੋ। ਤੀਜਾ ਜਿਹੜਾ ਕਵਿਤਾ ਦਾ ਤੱਤ ਹੈ ਉਹ ਹੈ ਬਿੰਬ ਤੇ ਬਿੰਬਾਵਲੀ। ਬਿੰਬ ਕਹਿੰਦੇ ਚਿੱਤਰ ਨੂੰ। ਠੀਕ ਹੈ। ਕੋਈ ਫੋਟੋ ਜਾਂ ਕੋਈ ਚਿੰਨ੍ਹ ਜਿਹੜਾ ਹੈ ਉਹਨੂੰ ਬਿੰਬ ਕਿਹਾ ਜਾਂਦਾ ਹੈ। ਠੀਕ ਹੈ। ਬਿੰਬ ਕਿਸੇ ਕਵਿਤਾ ਦੇ
ਚਿੱਤਰ ਹਨ। ਜਿਸ ਤਰ੍ਹਾਂ ਚਿੱਤਰਕਾਰ, ਇੱਥੇ ਸਾਨੂੰ ਉਦਾਹਰਨ ਵੀ ਬਹੁਤ ਸੋਹਣਾ ਦੇ ਰੱਖਿਆ ਇਹਨਾਂ ਨੇ, ਜਿਸ ਤਰ੍ਹਾਂ ਚਿੱਤਰਕਾਰ ਲਕੀਰਾਂ ਤੇ ਰੰਗਾਂ ਨਾਲ ਚਿੱਤਰ ਬਣਾਉਂਦਾ ਹੈ, ਉਸੇ ਤਰ੍ਹਾਂ ਕਵੀ ਸ਼ਬਦਾਂ, ਧੁਨੀਆਂ ਅਤੇ ਬੋਲਾਂ ਦੁਆਰਾ ਕਾਵਿ ਚਿੱਤਰ ਸਿਰਜਦਾ ਹੈ। ਉਸ ਤੋਂ ਉਪਰੰਤ ਸਾਡੇ ਕੋਲੇ ਆ ਜਾਂਦਾ ਹੈ ਛੰਦ। ਕਵਿਤਾ ਵਿੱਚ ਅੱਖਰਾਂ ਦੀ ਖਾਸ ਗਿਣਤੀ ਮਿਣਤੀ ਦੁਆਰਾ ਤੁਕਾਂਤ ਦਾ ਜੋ ਸਹੀ ਮੇਲ ਹੁੰਦਾ ਹੈ ਉਸ ਨੂੰ ਛੰਦ ਕਿਹਾ ਜਾਂਦਾ ਹੈ। ਛੰਦ ਬਾਰੇ ਆਪਾਂ ਪੜਾਂਗੇ। ਛੰਦ ਕਵਿਤਾ ਦੇ ਭਾਵਾਂ ਦੇ ਵਿਚਾਰਾਂ ਨੂੰ ਤਿੱਖਾ ਕਰਦੇ ਹਨ। ਛੰਦ ਕਵਿਤਾ ਦੇ ਭਾਵਾਂ ਤੇ ਵਿਚਾਰਾਂ ਨੂੰ ਤਿੱਖਾ ਕਰਦੇ ਹਨ। ਠੀਕ ਹੈ। ਹੁਣ ਜਿਹੜਾ ਛੰਦ ਹੈ, ਛੰਦ ਬਾਰੇ ਆਪਾਂ ਜਦੋਂ ਛੰਦ ਦਾ ਪੂਰਾ ਇੱਕ ਟੌਪਿਕ ਕਰਾਂਗੇ ਆਪਾਂ ਉਦੋਂ ਕਰਾਂਗੇ। ਛੰਦ ਕਿੰਨੇ ਹੁੰਦੇ ਆ, ਛੰਦ ਜਿਵੇਂ ਵਰਣਿਕ ਛੰਦ ਹੁੰਦੇ ਆ, ਕਿਹੜੇ ਕਿਹੜੇ ਹੁੰਦੇ ਆ, ਕਵਿਤ ਤੇ ਕੋਰੜਾ ਹੁੰਦੇ ਆ। ਕਵਿਤ ਵਿੱਚ ਕਿੰਨੇ ਅੱਖਰ ਹੁੰਦੇ ਹਨ, 31 ਅੱਖਰ ਹੁੰਦੇ ਹਨ। ਕੋਰੜਾ ਵਿੱਚ ਕਿੰਨੇ ਅੱਖਰ ਹੁੰਦੇ ਹਨ, 13 ਅੱਖਰ ਹੁੰਦੇ ਹਨ। ਤੇ ਉਸ ਤੋਂ ਬਾਅਦ ਮਾਤਰਿਕ ਛੰਦ ਜਿਹੜੇ ਹੁੰਦੇ ਆ, ਚੌਪਾਈ ਛੰਦ ਹੁੰਦੇ ਆ, ਦਵਈਆ, ਦੋਹਰਾ, ਬੈਂਤ। ਇਹ ਛੰਦ ਬਾਰੇ ਕੋਈ ਵੀਡੀਓ ਬਣਾਵਾਂਗੇ ਉਦੋਂ ਗੱਲ ਕਰਾਂਗੇ। ਠੀਕ ਹੈ। ਫਿਰ ਆਉਂਦਾ ਅਲੰਕਾਰ। ਅਲੰਕਾਰ ਨੂੰ ਕਵਿਤਾ ਦੇ ਗਹਿਣੇ ਵੀ ਕਿਹਾ ਜਾਂਦਾ ਹੈ। ਕਵਿਤਾ ਵਿੱਚ ਸ਼ਬਦ ਅਤੇ ਅਰਥ ਦੋਵੇਂ ਅਲੰਕਾਰ ਵਰਤੇ ਜਾਂਦੇ ਹਨ। ਠੀਕ ਹੈ। ਹੁਣ ਇੱਥੇ ਉਦਾਹਰਨ ਦਿੱਤਾ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ। ਜਦੋਂ ਅਲੰਕਾਰਾਂ ਦੀ ਗੱਲ ਕਰਦੇ ਹਾਂ, ਅਲੰਕਾਰਾਂ ਨੂੰ ਆਪਾਂ 3 ਭਾਗਾਂ 'ਚ ਵੰਡ ਸਕਦੇ ਹਾਂ। ਠੀਕ ਹੈ। ਸ਼ਬਦ ਅਲੰਕਾਰ, ਅਰਥ ਅਲੰਕਾਰ ਅਤੇ ਸ਼ਬਦਾਰਥ ਅਲੰਕਾਰ। ਹੁਣ ਜਿਹੜਾ ਆਪਣੇ ਕੋਲ ਸ਼ਬਦ ਅਲੰਕਾਰ ਹੈ ਉਹ ਜਿਵੇਂ ਹੈਗਾ ਅਨੁਪ੍ਰਾਸ, ਯਮਕ। ਠੀਕ ਹੈ। ਅਨੁਪ੍ਰਾਸ ਦੇ ਵੀ ਅੱਗੇ 5 ਭਾਗ ਹੁੰਦੇ ਹਨ। ਫਿਰ ਆਪਣੇ ਕੋਲ ਆ ਜਾਂਦਾ ਦ੍ਰਿਸ਼ਟਾਂਤ ਅਲੰਕਾਰ, ਅਤਿਕਥਨੀ ਅਲੰਕਾਰ। ਠੀਕ ਹੈ। ਉਪਮਾ ਅਲੰਕਾਰ, ਰੂਪਕ ਅਲੰਕਾਰ। ਠੀਕ ਹੈ। ਉਹਦੇ ਬਾਰੇ ਵੀ ਆਪਾਂ ਜਦੋਂ ਅਲੰਕਾਰਾਂ ਦਾ ਵੀਡੀਓ ਬਣਾਵਾਂਗੇ ਆਪਾਂ ਉਦੋਂ ਗੱਲ ਪੂਰੀ ਵਿਸਤਾਰ ਨਾਲ ਚਰਚਾ ਕਰਾਂਗੇ। ਠੀਕ ਹੈ। ਇੱਥੇ ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ, ਇਹ ਕਿਹੜਾ ਹੈ, ਉਪਮਾ ਅਲੰਕਾਰ ਹੈ। ਠੀਕ ਹੈ। ਇਹਦੇ ਵਿੱਚ ਵੀ ਆਪਾਂ ਜਦੋਂ ਅਲੰਕਾਰ ਕਰਾਂਗੇ ਨਾ ਵੀ ਉਪਮਾਨ ਕਿਹੜਾ ਹੁੰਦਾ ਹੈ, ਉਪਮਾਨ ਜਿਵੇਂ ਹੈਗਾ ਤਾਰੇ ਹੈ। ਠੀਕ ਹੈ। ਉਪਮੇय ਕਿਹੜਾ, ਮੱਥਾ ਹੈਗਾ। ਸਾਂਝਾ ਗੁਣ ਕਿਹੜਾ ਹੈਗਾ ਇਹਦੇ ਵਿੱਚ, ਲੱਸੇ, ਲੱਸੇ ਨੂੰ ਚਮਕਣਾ ਹੁੰਦਾ ਹੈ। ਠੀਕ ਹੈ। ਵਾਚਕ ਗੁਣ ਕਿਹੜਾ ਇੱਥੇ, ਵਾਂਗੂ ਹੈ। ਇਹ ਕਿਹੜਾ ਹੈ, ਉਪਮਾ ਅਲੰਕਾਰ ਹੈ। ਕਾਲਜ ਅਨੁਸਾਰ ਕਵਿਤਾ ਤਾਂ ਕਲਪਨਾ ਦੀ ਪੈਦਾਵਾਰ ਹੈ। ਕਲਪਨਾ ਨੂੰ ਰਚਨਾਤਮਕ ਸ਼ਕਤੀ ਮੰਨਿਆ ਜਾਂਦਾ ਹੈ। ਕਲਪਨਾ ਕਵੀ ਦੀ ਕਵਿਤਾ ਨੂੰ ਪ੍ਰੇਰਨਾ ਦੇਣ ਵਾਲੀ ਮਾਨਸਿਕ ਸ਼ਕਤੀ ਹੈ। ਕਲਪਨਾ ਕੀ ਹੈ, ਮਨ ਵਿੱਚ ਜਿਹੜਾ ਕਵੀ ਦੇ ਫੁਰਨਾ ਚੱਲਦਾ ਹੈ। ਠੀਕ ਹੈ। ਉਸ ਫੁਰਨੇ ਨੂੰ ਜਿਹੜਾ ਉਹਦੇ ਦਿਮਾਗ ਵਿੱਚ ਚੱਲ ਰਿਹਾ ਕਵੀ ਦੇ, ਉਹਨੂੰ ਉਹ ਕਵਿਤਾ ਦਾ ਰੂਪ ਦੇ ਦਿੰਦਾ ਹੈ। ਠੀਕ ਹੈ। ਹੋਰ ਤੱਤਾਂ ਵਾਂਗੂ ਜਿਹੜੀ ਕਲਪਨਾ ਹੈ ਇਹ ਵੀ ਕਵਿਤਾ ਦਾ ਇੱਕ ਪ੍ਰਮੁੱਖ ਤੱਤ ਹੈ। ਹੁਣ ਗੱਲ ਕਰਦੇ ਹਾਂ ਭਾਵ ਦੀ। ਮਨੁੱਖ ਦੇ ਦਿਲ ਵਿੱਚ ਵੱਖ-ਵੱਖ ਕਿਸਮ ਦੇ ਭਾਵ ਪੈਦਾ ਹੁੰਦੇ ਹਨ। ਪਿਆਰ, ਤਰਸ, ਡਰ, ਖੁਸ਼ੀ ਆਦਿ ਜਾਗ੍ਰਿਤ ਜਜ਼ਬਿਆਂ ਦੇ ਭਾਵਾਂ ਅਧੀਨ ਹੀ ਕਈ ਸ਼ਬਦਾਂ ਨੂੰ ਜੋੜਦਾ ਅਤੇ ਵਿਉਂਤਦਾ ਹੈ। ਠੀਕ ਹੈ। ਕਵੀ ਦੇ ਮਨ ਦੇ ਵਿੱਚ ਜਿਹੜੇ ਭਾਵ ਪੈਦਾ ਹੁੰਦੇ ਨੇ, ਡਰ ਦੇ, ਖੁਸ਼ੀ ਦੇ, ਗਮੀ ਦੇ, ਕਵੀ ਆਪਣੇ ਭਾਵਾਂ ਦੇ ਅਨੁਸਾਰ ਹੀ ਕਵਿਤਾ ਦੀ ਸਿਰਜਣਾ ਕਰਦਾ ਹੈ। ਕਵੀ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਭਾਵ, ਡਰ, ਖੁਸ਼ੀ, ਗਮੀ ਦੇ ਭਾਵ ਉਤਪੰਨ ਹੁੰਦੇ ਰਹਿੰਦੇ ਹਨ। ਕਵੀ ਦੇ ਜਿਹੋ ਜਿਹੇ ਵਿਚਾਰ ਹੋਣਗੇ ਉਹੋ ਜਿਹੀ ਕਵਿਤਾ ਪੈਦਾ ਹੋਊਗੀ। ਕਵਿਤਾ ਦੀ ਜਿਹੜੀ ਪੈਦਾਵਾਰ ਹੈ ਉਹ ਕਵੀ ਦੇ ਵਿਚਾਰਾਂ ਤੋਂ ਹੁੰਦੀ ਹੈ। ਠੀਕ ਹੈ। ਫਿਰ ਕਰਦੇ ਆਪਾਂ ਵਿਚਾਰ, ਖਿਆਲ ਤੇ ਅਨੁਭਵ ਕਵਿਤਾ ਦੀ ਜਿੰਦ ਜਾਨ ਹਨ। ਵਿਚਾਰ ਤੇ ਅਨੁਭਵ ਤੋਂ ਰਹਿਤ ਕਵਿਤਾ ਸਾਰਥਕ ਨਹੀਂ ਹੋ ਸਕਦੀ। ਕਵਿਤਾ ਵਿੱਚ ਜੋ ਵੀ ਵਿਸ਼ੇ ਦੀ ਸ਼ਕਲ ਵਿੱਚ ਪੇਸ਼ ਹੁੰਦਾ ਹੈ ਉਹ ਕੀ ਹੈ, ਵਿਚਾਰ ਹੈ। ਹੁਣ ਗੱਲ ਕਰਦੇ ਹਾਂ ਆਪਾਂ ਰਸ ਦੀ। ਰਸ 9 ਤਰ੍ਹਾਂ ਦੇ ਹੁੰਦੇ ਹਨ। ਠੀਕ ਹੈ। ਉਹਨਾਂ ਦੇ ਅਲੱਗ-ਅਲੱਗ ਸਥਾਈ ਭਾਵ ਹੁੰਦੇ ਹਨ। ਠੀਕ ਹੈ। ਉਹ ਵੀ ਆਪਾਂ ਇੱਕ ਰਸ ਦੇ ਆਧਾਰ ਤੇ ਇੱਕ ਹੋਰ ਵੀਡੀਓ ਬਣਾ ਕੇ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਵਿਸਤਾਰ ਵਿੱਚ ਦੇਵਾਂਗੇ। ਕਵਿਤਾ ਦੇ ਜਿਹੜੇ ਤੱਤ ਹੈ ਜਿਨ੍ਹਾਂ ਵਿੱਚੋਂ ਕਾਵਿ ਭਾਸ਼ਾ, ਪ੍ਰਤੀਕ, ਬਿੰਬ ਤੇ ਬਿੰਬਾਵਲੀ ਤੇ ਰਸ, ਅਲੰਕਾਰ, ਕਲਪਨਾ, ਵਿਚਾਰ ਤੇ ਇਹਨਾਂ ਬਾਰੇ ਆਪਾਂ ਚਰਚਾ ਕਰ ਲਈ ਹੈ। ਹੁਣ ਆਪਾਂ ਕਰਦੇ ਹਾਂ ਰਸ ਬਾਰੇ। ਰਸ ਜਿਹੜੇ ਹੁੰਦੇ ਆ ਆਪਣੇ ਭਰਤ ਮੁਨੀ ਦੇ ਨਾਟਯ ਸ਼ਾਸਤਰ ਵਿੱਚ ਰਸ 9 ਪ੍ਰਕਾਰ ਦੇ ਦੱਸੇ ਗਏ ਹੈ, ਜਿਨ੍ਹਾਂ ਵਿੱਚੋਂ ਸ਼ਿੰਗਾਰ ਰਸ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ।
ਹੁਣ ਆਪਣੇ ਕੋਲੇ ਰਸ ਜਿਹੜਾ ਹੈਗਾ ਹੈ ਕਵਿਤਾ ਦਾ ਬਹੁਤ ਹੀ ਮਹੱਤਵਪੂਰਨ ਤੱਤ ਹੈ ਮੰਨਿਆ ਗਿਆ ਹੈ। ਰਸ ਨੂੰ ਕਵਿਤਾ ਜਾਂ ਕਾਵਿ ਦੀ ਆਤਮਾ ਮੰਨਿਆ ਗਿਆ ਹੈ। ਜਦੋਂ ਸਾਡੇ ਮਨੋਭਾਵ ਪ੍ਰਬਲ ਤੇ ਪਰਪੱਕ ਹੋ ਜਾਂਦੇ ਹਨ ਤਾਂ ਇਹ ਰਸ ਬਣ ਜਾਂਦੇ ਹਨ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ ਜਦੋਂ ਸਾਡੇ ਮਨੋਭਾਵ ਪ੍ਰਬਲ ਤੇ ਪਰਪੱਕ ਹੋ ਜਾਂਦੇ ਹਨ ਤਾਂ ਇਹ ਰਸ ਬਣ ਜਾਂਦੇ ਹਨ। ਅਸੀਂ ਹਾਸ ਰਸ ਕਵਿਤਾ ਨਾਲ ਹੱਸਦੇ ਅਤੇ ਕਰੁਣਾਮਈ ਕਵਿਤਾ ਨਾਲ ਦੁਖੀ ਹੁੰਦੇ ਹਾਂ। ਅਸੀਂ ਹਾਸ ਰਸ ਕਵਿਤਾ ਨਾਲ ਹੱਸਦੇ ਹਾਂ ਤੇ ਕਰੁਣਾਮਈ ਜਿਹੜੀ ਕਵਿਤਾ ਹੁੰਦੀ ਹੈ ਉਹਦੇ ਨਾਲ ਅਸੀਂ ਦੁਖੀ ਹੁੰਦੇ ਹਾਂ। ਠੀਕ ਹੈ, ਰਸ 9 ਪ੍ਰਕਾਰ ਦੇ ਹੁੰਦੇ ਹਨ। ਜਿਵੇਂ ਆਪਾਂ ਇੱਕ ਤੁਕ ਹੈ ਅੰਮ੍ਰਿਤਾ ਪ੍ਰੀਤਮ ਦੀ ਅੱਜ ਅੱਖਾਂ ਵਾਲੇ ਸ਼ਾਹ ਨੂੰ, ਉਸ ਕਵਿਤਾ ਵਿੱਚੋਂ ਇੱਕ ਕਾਵਿ ਲਿਆ ਗਿਆ ਹੈ। ਵੇ ਦਰਦ ਮਦਾਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਵਿਹਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਹੈ ਕਿ ਇਹ ਜਿਹੜਾ ਕਾਵਿ ਟੁੱਟਾ ਹੈ ਕਿਹੜੇ ਰਸ ਨੂੰ ਦਰਸਾਉਂਦਾ ਹੈ, ਇਹਦੇ ਬਾਰੇ ਤੁਸੀਂ ਆਪ ਲਿਖਣਾ ਹੈ। ਠੀਕ ਹੈ, ਪਛਾਣਨਾ ਹੈ। ਕਰੁਣਾ ਰਸ ਹੈ, ਬੀਰ ਰਸ ਹੈ ਕਿ ਸ਼ਿੰਗਾਰ ਰਸ ਹੈ, ਕਿਹੜਾ ਰਸ ਹੈ। ਮੈਨੂੰ ਉਮੀਦ ਹੈ ਕਿ ਅੱਜ ਆਪਾਂ ਕਵਿਤਾ ਦੇ ਅਰਥ, ਪਰਿਭਾਸ਼ਾ ਅਤੇ ਤੱਤਾਂ ਬਾਰੇ ਚਰਚਾ ਕੀਤੀ ਤੇ ਤੁਸੀਂ ਇਹ 4 ਜਾਂ 5 ਨੰਬਰ ਦਾ ਜਿਹੜਾ ਪ੍ਰਸ਼ਨ ਹੈ, ਹੋ ਸਕਦਾ ਪ੍ਰੀਖਿਆ ਵਿੱਚ ਇਹ ਹੂਬਹੂ ਪ੍ਰਸ਼ਨ ਆ ਜਾਵੇ ਤਾਂ ਸਾਨੂੰ ਇਹਦਾ ਬਹੁਤ ਵੱਡਾ ਲਾਭ ਪ੍ਰਾਪਤ ਹੋਵੇ। ਠੀਕ ਹੈ, ਇਸ ਲਈ ਸਾਰਿਆਂ ਨੂੰ, ਬੱਚਿਆਂ ਨੂੰ ਇਹ ਮੈਂ ਬੇਨਤੀ ਕਰਦਾ ਕਿ ਉਹ ਇਹ ਜਿਹੜਾ ਆਪਾਂ ਅੱਜ ਕਾਵਿ ਤੱਤ ਕੀਤੇ ਨੇ, ਪਰਿਭਾਸ਼ਾਵਾਂ ਕੀਤੀਆਂ ਹਨ, ਵੀ ਉਹਨਾਂ ਨੂੰ ਮੈਂ ਬਹੁਤ ਹੀ ਕਿਤਾਬ ਤੋਂ ਕੱਟ ਕਰਕੇ ਆਪਾਂ ਲਿਖੇ ਨੇ ਇਹ, ਤੇ ਇਹਨਾਂ ਨੂੰ ਪੜ੍ਹਨ ਦੀ ਕਿਰਪਾਲਤਾ ਕਰਨਾ।